परम सत्कारयोग सतगुरां दी साजी नवाजी गुरु रूप प्यारी गुरु सवारी साध संगत जी, आप सारियां संगतां परमेश्वर की किरपा दे नाल गुरु दरबार दे विच नितनेम कर्म अनुसार आपो अपनियां हाजरियां लवाउने हैं। तो कलयुगी जीवां दी अरदास परमात्मा दे अगे ज़्यादातर यही हुंदी है कि परमात्मा कदी भी जिंदगी दे विच दुख ना आउण, सदा वास्ते सुख ही मिलते रहन। दुख सुख हर एक जिंदगी दे चलते रहंदे ने। ना ही तो कोई मनुख सारी जिंदगी दुखी रहिंदा है, ना ही कोई मनुख सारी जिंदगी सुखी रहिंदा है। सुख दुखां दे विच तब्दील हो जाते हैं, दुख सुखां दे विच तब्दील हो जाते हैं। तो गुरु साहिब जी महाराज जी अगे सब की अरदास बेनती तकरीबन इहो ही हुंदी है, परमात्मा कोई दुख ना आवे। तो फिर गुरु साहिब जी महाराज ने भी एक बहुत वड्डा अनमोल वचन मनुखता नूं बख्शिश कीता कि जे तू चाहुंदा है कि दुख आउण ही ना, बिल्कुल भी तेरी जिंदगी दे विच कोई दुख ना आउण, ते मनुख ते इहो ही इच्छा। फिर अकाल पुरख महाराज जी कहते ने कि एक काम ते तू कर, बाकी गल परमात्मा ते छड़ दे। मनुखता ने किहड़ा कर्म करना है? गुरु साहिब जी महाराज गुरबाणी दे विच दर्ज करते ने वचन, पर का बुरा न राखो चीत, तुमको दुख नहीं पाई मीत। तकरीबन साड़ियाँ सब दियां अरदासां यही ने, दुख ना आउण। गुरु साहिब जी महाराज कहते जे तू चाहुंदा है कि दुख बिल्कुल भी ना आउण, ते गुरु साहिब जी महाराज कहते तू एक कर्म कर, पर का बुरा ना राखो चीत। जेड़ा तेरा चित्त है इहदे विच कदे भी पराए मनुख दा बुरा ना तक, पराए धन का बुरा ना तक, पराए मनुख का बुरा ना तक। जो भी पराया है, पराया कहते ने उसनों जो होर किसी का है, साडा नहीं है। जो साडा नहीं है दूसरे का है, भावें तन होवन, वस्त्र होवन, जमीन जायदाद होवे, घर बार होवे, गड्डी होवे, जो मर्जी होवे, जो साडा नहीं है। तो गुरु साहिब जी महाराज कहते जो तैथों पराया है उहदा तू कदी भी बुरा ना तक, अपने चित्त विच ही ना गल लिया कि पराया
ਧਨ ਹੈ, ਪਦਾਰਥ ਨੇ, ਇਹ ਮੇਰੇ ਕੋਲੇ ਮੇਰੇ ਘਰ ਵਿੱਚ ਆ ਜਾਣ। ਐਸਾ ਕਦੀ ਵੀ ਨਾ ਸੋਚ। ਪਰ ਕਾ ਬੁਰਾ ਨਾ ਰੱਖੋ ਚੀਤ, ਪਰਾਈ ਚੀਜ਼ ਦਾ ਕਦੇ ਵੀ ਆਪਣੇ ਚਿੱਤ ਦੇ ਵਿੱਚ ਬੁਰਾ ਨਾ ਰੱਖ। ਇਹ ਨਾ ਕਹਿ ਕਿ ਮੇਰੇ ਘਰ ਦੇ ਵਿੱਚ ਆ ਗਈ, ਮੈਨੂੰ ਮਿਲੇ। ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਪੱਕੀ ਮੋਹਰ ਲਾ ਕੇ ਗਰੰਟੀ ਦਿੱਤੀ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਲੈ ਗੁਰਮੁਖ, ਜੇ ਤੂੰ ਪਰਮਾਤਮਾ ਦੇ ਆਖੇ ਲੱਗ ਕੇ ਆਪਣੇ ਚਿੱਤ ਦੇ ਵਿੱਚ ਕਿਸੇ ਦੀ ਬਾਬਤ ਬੁਰਾ ਨਾ ਸੋਚਿਆ, ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਅਸੀਂ ਤੈਨੂੰ ਗਰੰਟੀ ਦਿੰਦੇ ਹਾਂ ਤੇਰੇ ਕੋਲੇ ਦੁੱਖ ਆ ਹੀ ਨਹੀਂ ਸਕਦੇ। ਤੇ ਸਭ ਦੀਆਂ ਜ਼ਿੰਦਗੀਆਂ ਦੀ ਮੂਲ ਸਮੱਸਿਆ ਤਾਂ ਦੁੱਖ ਹੈ, ਹੋਰ ਤੇ ਕੋਈ ਸਮੱਸਿਆ ਹੀ ਨਹੀਂ। ਸਰੀਰਕ ਦੁੱਖ ਨੇ, ਪਰਿਵਾਰਕ ਦੁੱਖ ਨੇ, ਨਗਰ ਖੇੜੇ ਸ਼ਹਿਰ ਕਸਬਿਆਂ ਦੇ ਦੁੱਖ ਹੀ ਦੁੱਖ ਨੇ। ਇਹੀ ਤੇ ਸਭ ਤੋਂ ਵੱਡੀ ਸਮੱਸਿਆ ਹੈ, ਜਿਹੜੀ ਸਮੱਸਿਆ ਨੇ ਪਰਮਾਤਮਾ ਦਾ ਨਾਮ ਜਪਣ ਤੋਂ ਮਨੁੱਖ ਨੂੰ ਰੋਕਿਆ ਹੋਇਆ, ਦੁੱਖ। ਤਾਂ ਗੁਰੂ ਸਾਹਿਬ ਜੀ ਮਹਾਰਾਜ ਦਾ ਇਹ ਬਚਨ ਹੈ ਕਿ ਜੋ ਵੀ ਤੈਥੋਂ ਪਰਾਇਆ ਹੈ, ਆਪਣੇ ਚਿੱਤ ਦੇ ਵਿੱਚ ਬੁਰਾ ਨਾ ਸੋਚ ਉਹਦਾ। ਤੇ ਬੁਰਾ ਕਰਨ ਦੀ ਗੱਲ ਤੇ ਦੂਰ ਹੈ, ਬੁਰਾ ਕਰਨ ਦੀ ਗੱਲ ਤੇ ਦੂਰ ਹੈ, ਕਦੇ ਸੋਚੀ ਵੀ ਨਾ। ਮਹਾਰਾਜ ਕਹਿੰਦੇ ਕੂੜ ਨਿਖੋਟੇ ਨਾਨਕਾ, ਓੜਕ ਸੱਚ ਰਹੀ। ਭਾਵੇਂ ਸਭ ਪਾਸੇ ਕੂੜ ਦਾ ਪਸਾਰਾ ਚੱਲ ਰਿਹਾ ਹੈ, ਪਰ ਓੜਕ ਸੱਚ ਰਹੀ। ਹਮੇਸ਼ਾ ਜਿੱਤ ਜਿਹੜੀ ਹੈ ਉਹ ਸੱਚਾਈ ਦੀ ਹੁੰਦੀ ਹੈ। ਭਾਵੇਂ ਹਰ ਪਾਸੇ ਕੂੜ ਦਾ ਪਸਾਰਾ ਹੈ। ਬਾਬੇ ਪਿਰਥੀ ਚੰਦ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਬੜੇ ਦੁਖੀ ਕਰਨ ਦੇ ਯਤਨ ਕੀਤੇ ਸੀ। ਬੜੀ ਈਰਖਾ ਕਰਦਾ ਸੀ ਮਹਾਰਾਜ ਦੇ ਨਾਲ। ਪਿਰਥੀ ਚੰਦ ਲਾਹੌਰ ਤੇ ਅੰਮ੍ਰਿਤਸਰ ਦੇ ਵਿਚਾਲੇ ਪਿੰਡ ਹੈ ਹੇਹਰ, ਉੱਥੇ ਵਿਆਹਿਆ ਹੋਇਆ ਸੀ। ਕਰਮੋਂ ਦਾ ਪੇਕੇ ਪਿੰਡ ਸੀ ਪਿਰਥੀ ਚੰਦ ਵਿਆਹਿਆ ਸੀ। ਹੁਣ ਜਿਹੜੀ ਗੁਰੂ ਘਰਾਂ ਦੀ ਪੂਜਾ ਸੀ, ਪ੍ਰਬੰਧ ਸੀ, ਪ੍ਰਸਤ ਪਾਣੀ ਆਉਂਦਾ ਸੀ, ਇਹ ਸਾਰਾ ਕੁਝ ਸੀ ਜਿਹੜਾ ਪਿਰਥੀ ਦੇ ਕੋਲੇ ਸੀ। ਈਰਖਾ ਬੜੀ ਕਰਦਾ ਸੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨਾਲ। ਹਰਿਮੰਦਰ ਸਾਹਿਬ ਦੀ ਜਿੰਨੀ ਪੂਜਾ ਸੰਗਤਾਂ ਉੱਥੇ ਨਮਸਕਾਰ ਕਰਕੇ ਮੱਥਾ ਟੇਕਦੀਆਂ ਸਨ, ਉਹ ਸਾਰੀ ਦੀ ਸਾਰੀ ਪਿਰਥੀ ਚੰਦ ਦੇ ਕੋਲੇ ਹੁੰਦੀ ਸੀ। ਸਭ ਕੁਝ ਇਹਨੇ ਸਾਰੀ ਦੀ ਸਾਰੀ ਪੂਜਾ ਜਿਹੜੀ ਸੀ ਉਹ ਰੱਖ ਲੈਣੀ, ਤੇ ਲੰਗਰ ਦਾ ਜਿਹੜਾ ਖਰਚਾ ਸੀ ਉਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸਿਰ ਪਾ ਦੇਣਾ। ਬੜੀ ਈਰਖਾ ਕਰਦਾ ਸੀ ਮਹਾਰਾਜ ਦੇ ਨਾਲ। ਇੱਕ ਦਿਨ ਨੇ ਪਿਰਥੀ ਚੰਦ ਨੇ ਸੋਚਿਆ, ਕਹਿੰਦੇ ਇਹ ਧੀਰ ਜਵਾਨ ਬੜੇ ਨੇ, ਇੰਜ ਕੰਮ ਨਹੀਂ ਬਣਨਾ, ਇੰਜ ਨਹੀਂ ਕੰਮ ਬਣਨਾ। ਕਿਉਂਕਿ ਪਿਰਥੀ ਚੰਦ ਪੂਜਾ ਵੀ ਲੈ ਜਾ ਕਰੇ, ਸਾਜੋ ਸਮਾਨ ਵੀ ਲੈ ਜਾ ਕਰੇ ਚੁੱਕ ਕੇ, ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕੁਛ ਬੋਲਣ ਹੀ ਨਾ। ਹੁਣ ਜੇ ਕਿਸੇ ਨੂੰ ਕੋਈ ਤੰਗ ਕਰਦਾ ਹੋਵੇ, ਤੇ ਜਿਹਨੂੰ ਤੰਗ ਕਰ ਰਿਹਾ ਜੇ ਅਗਾਹਾਂ ਤੋਂ ਬੋਲੇ ਨਾ, ਤੇ ਤੰਗ ਕਰਨ ਵਾਲਾ ਹਟਦਾ ਥੋੜ੍ਹਾ ਹੈ। ਉਹ ਤੇ ਫਿਰ ਇਸ ਮੌਕੇ ਦੇ ਤਾਂਘ ਦੇ ਵਿੱਚ ਖੜਾ ਹੁੰਦਾ ਨਾ ਕਿ ਇਹ ਬੋਲੇ। ਜੇ ਇਹ ਕੁਛ ਨਾ ਕੁਛ ਬੋਲੇ ਤੇ ਮੈਨੂੰ ਜਿਹੜਾ ਹੈ ਸਮਾਂ ਮਿਲ ਜਾਵੇਗਾ ਬੋਲਣ ਦਾ। ਬੜੀ ਦੁਨੀਆ ਇਸ ਅਵਗੁਣਾਂ ਦੇ ਨਾਲ ਭਰੀ ਪਈ ਹੈ, ਬੜੀ ਦੁਨੀਆ। ਪਿਰਥੀ ਚੰਦ ਸਾਰਾ ਰਸਤ ਪਾਣੀ ਲੈ ਜਾ ਕਰੇ, ਸਾਰਾ ਧਨ ਲੈ ਜਾ ਕੇ, ਸਭ ਕੁਝ ਚੁੱਕ ਕੇ ਲੈ ਜਾ ਕਰੇ। ਉਹਦਾ ਕਾਰਨ ਕੀ ਸੀ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕੁਛ ਮੁੱਖ ਤੋਂ ਬੋਲਣ ਤੇ ਸਹੀ, ਕੁਛ ਬੋਲਣ ਤੇ ਸਹੀ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਕੁਛ ਬੋਲੇ।
ਜ਼ਿੰਦਗੀ ਦੇ ਵਿੱਚ ਕਦੇ ਗੌਰ ਮਤਾਲਾ ਕਰਨਾ ਇਸ ਗੱਲ ਦਾ ਕਿ ਜੇ ਅਸੀਂ ਕਿਸੇ ਦੀ ਜ਼ਿੰਦਗੀ ਨੂੰ ਤੰਗ ਕਰ ਰਹੇ ਹਾਂ, ਤੰਜ ਕੱਸ ਰਹੇ ਹਾਂ ਕਿਸੇ ਤੇ ਕਿ ਕੁਛ ਬੋਲੇ, ਇੱਕ ਵਾਰੀ ਅਸੀਂ ਦੁੱਖ ਦਿੱਤਾ ਅਗਲੇ ਨੂੰ ਨਹੀਂ ਬੋਲਿਆ, ਦੂਜੀ ਵਾਰ ਉਹਨੂੰ ਫੇਰ ਦੁਖੀ ਕਰਦੇ ਹਾਂ ਨਹੀਂ ਬੋਲਿਆ, ਤੀਜੀ ਵਾਰ ਫੇਰ ਦੁਖੀ ਕਰਦੇ ਹਾਂ ਤਾਂ ਨਹੀਂ ਬੋਲਿਆ, ਤਾਂ ਫਿਰ ਉਹਦੇ ਵਿੱਚ ਕਸੂਰ ਕੱਢਣ ਦੇ ਨਾਲੋਂ ਪਹਿਲਾਂ ਆਪਣੇ ਆਪ ਨੂੰ ਸਮਝ ਲੈਣਾ ਕਿ ਅਸੀਂ ਪ੍ਰਿਥੀ ਚੰਦ ਦੀ ਔਲਾਦ ਹੀ ਹੋ ਸਕਦੇ, ਕੁਛ ਵੀ ਨਹੀਂ। ਰੱਬ ਦੇ ਪਿਆਰੇ ਕਦੇ ਇੰਜ ਨਹੀਂ ਕਰਦੇ ਕਿਸੇ ਦੇ ਨਾਲ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕੁਛ ਵੀ ਨਾ ਬੋਲੇ ਤੇ ਫਿਰ ਜਿਹੜੇ ਇਹਦੇ ਪ੍ਰਿਥੀ ਚੰਦ ਦੇ ਸਹੁਰੇ ਸੀ ਇਹ ਬਹੁਤ ਧਨਾੜ ਸੀਗੇ, ਚੰਗੇ ਉਹਨਾਂ ਦੇ ਪੱਠੇ ਪੁੱਠੇ ਵਗੈਰਾ ਚੱਲਦੇ ਸੀ, ਬੜਾ ਕੁਛ। ਫਿਰ ਉਹਨੇ ਪ੍ਰਿਥੀ ਚੰਦ ਨੇ ਆਪਣੇ ਸਹੁਰਿਆਂ ਦੇ ਨਾਲ ਸੀ ਜਿਹੜੀ ਮਸ਼ਵਰਾ ਕੀਤਾ ਕਿ ਕਿਵੇਂ ਨਾ ਕਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਇਸ ਜਗ੍ਹਾ ਤੋਂ ਹਟਾਇਆ ਜਾਵੇ, ਕਿਵੇਂ ਨਾ ਕਿਵੇਂ। ਤੇ ਉਹ ਜਿਹੜੇ ਸੀ ਪ੍ਰਿਥੀ ਚੰਦ ਦੇ ਸਹੁਰੇ, ਫਿਰ ਸਹੁਰਿਆਂ ਨੇ ਰਹਿ ਦੇਤੀ, ਕਹਿੰਦੇ ਫਿਰ ਇੰਝ ਤਾਂ ਨਹੀਂ ਗੱਲ ਬਣਦੀ, ਹੋਰ ਤਾਂ ਤੇਰੀ ਕੋਈ ਨਹੀਂ ਸੁਣਦਾ, ਤੂੰ ਸੁਲਹੀ ਖਾਨ ਦੇ ਕੋਲ ਚਲਿਆ ਜਾ, ਉਹ ਤੇਰੀ ਗੱਲ ਸੁਣੇਗਾ। ਸਹੁਰਿਆਂ ਨੇ ਰਹਿ ਦਿੱਤੀ, ਕਹਿੰਦੇ ਜੇ ਤੂੰ ਇਹ ਕਰਮ ਕਰਨਾ ਹੀ ਹੈ ਨਾ, ਉਹਨਾਂ ਵਾਲੀ ਗੁਰਤਾ ਗੱਦੀ ਲੈਣੀ ਹੈ ਤੇ ਤੂੰ ਉਹਨਾਂ ਦੇ ਕੋਲ ਚਲਿਆ ਜਾ, ਉਹ ਨਲੇ ਤਾਂ ਤੈਨੂੰ ਅੰਮ੍ਰਿਤਸਰ ਸਾਹਿਬ ਦਾ ਸਾਰਾ ਸਾਜੋ ਸਮਾਨ ਲੁੱਟ ਕੇ ਦੇ ਦੇਣਗੇ ਤੇ ਨਲੇ ਤੇਰੇ ਭਰਾਤਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਖਤਮ ਕਰ ਦੇਣਗੇ। ਕਿਉਂਕਿ ਉਹਨਾਂ ਨੂੰ ਇਹ ਸੀ ਸੇ ਸਾਡੀ ਬੇਟੀ ਕਰਮੋਂ ਦੇ ਕੋਲ ਸਾਰਾ ਕੁਛ ਆ ਜਾਣਾ, ਸਭ ਕੁਝ ਸਾਡੀ ਬੇਟੀ ਦੇ ਕੋਲ ਆ ਜਾਣਾ। ਪੁੱਤਰਾਂ ਦੀ ਧੀਆਂ ਦੀ ਰਖਵਾਲੀ ਕਰਨਾ, ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਬਰਾਬਰ ਖੜਨਾ ਮਾਂ ਬਾਪ ਦਾ ਫਰਜ਼ ਹੈ, ਪਰ ਮਾਂ ਬਾਪ ਦਾ ਇਹ ਵੀ ਫਰਜ਼ ਨਹੀਂ ਹੈ ਕਿ ਕਿਸੇ ਦਾ ਧਨ, ਕਿਸੇ ਦੇ ਪਦਾਰਥ ਲੁੱਟ ਕੇ ਲਿਆ ਕੇ ਆਪਣੀ ਧੀ ਨੂੰ ਦੇ ਦੇਣ। ਸਹੁਰਿਆਂ ਦੀ ਰਹਿ, ਕਹਿੰਦੇ ਤੂੰ ਸੁਲਹੀ ਖਾਨ ਦੇ ਕੋਲ ਚਲਿਆ ਜਾ। ਦੂਜਾ, ਉਹ ਕਹਿੰਦੇ ਅੰਮ੍ਰਿਤਸਰ ਸਾਹਿਬ ਤੋਂ ਤੂੰ ਧਨ ਲੈ ਕੇ ਆਉਣਾ, ਆਪਣੇ ਇੰਨੇ ਭੱਠੇ ਚੱਲਦੇ ਨੇ, ਆਪਣੇ ਕੋਲ ਵੀ ਚੰਗਾ ਪੈਸਾ ਹੈ, ਤੇ ਤੂੰ ਇੰਜ ਕਰ ਕਿ ਤੂੰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਸ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿੰਦੇ ਨੇ, ਤੂੰ ਇੱਥੇ ਹੀ ਅੰਮ੍ਰਿਤਸਰ ਸਾਹਿਬ ਬਣਾ ਲਾ। ਇਹ ਉਹਨਾਂ ਦੀ ਗੱਲ ਹੈ ਜਿਹਨੂੰ ਸਤਿਗੁਰੂ ਮਹਾਰਾਜ ਨੇ ਕਿਹਾ ਮਾਇਆ ਧਾਰੀ ਅਤ ਅੰਨਾ ਬੋਲਾ, ਜਿਹਦੇ ਜ਼ਿੰਦਗੀ ਦੇ ਉੱਪਰ ਮਾਇਆ ਦਾ ਪਸਾਰਾ, ਮਾਇਆ ਦੀ ਪਰਤ ਚੜ ਜਾਵੇ, ਉਹ ਅੰਨੇ ਵੀ ਹੁੰਦੇ ਨੇ ਤੇ ਬੋਲੇ ਵੀ ਹੁੰਦੇ ਨੇ। ਅੰਨੇ ਇਹ ਨਹੀਂ ਹੈ ਵੀ ਉਹਨਾਂ ਦੀਆਂ ਦੋ ਅੱਖਾਂ ਨਹੀਂ ਹੁੰਦੀਆਂ, ਹੁੰਦੀਆਂ ਨੇ ਦੋ ਅੱਖਾਂ, ਸਾਰੇ ਸੰਸਾਰ ਨੂੰ ਦੇਖਦੇ ਨੇ, ਪਰ ਉਹ ਬਿਲਕੁਲ ਅੰਦਰੋਂ ਅੰਨੇ ਹੋ ਜਾਂਦੇ ਨੇ। ਗੁਰੂ ਦੇ ਸ਼ਬਦ ਦੀ ਟੇਕ ਲੈਣੀ ਜਾਂ ਗੁਰੂ ਦੇ ਸ਼ਬਦ ਦੀ ਟੇਕ ਲੈ ਕੇ ਆਪਣੀ ਜ਼ਿੰਦਗੀ ਦਾ ਤੇ ਕਿਸੇ ਦੀ ਜ਼ਿੰਦਗੀ ਦਾ ਭਲਾ ਕਰਨਾ, ਇਹ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਨਹੀਂ ਆਉਂਦਾ, ਇਹ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਨਹੀਂ ਆਉਂਦਾ। ਪ੍ਰਿਥੀ ਚੰਦ ਨੂੰ ਦੇ ਸਹੁਰੇ ਕਹਿਣ ਲੱਗੇ ਤੂੰ ਹਰਿਮੰਦਰ ਸਾਹਿਬ ਬਣਾ ਲੈ, ਕਿਉਂਕਿ ਕੁਛ ਤੇ ਪ੍ਰਿਥੀ ਚੰਦ ਦੇ ਕੋਲ ਬਹੁਤਾ ਧਨ ਸੀਗਾ ਤੇ ਕੁਝ ਸਹਾਇਤਾ ਦਿੱਤੀ ਪ੍ਰਿਥੀ ਚੰਦ ਦੇ ਸਹੁਰਿਆਂ ਨੇ, ਕਰਮ ਦੇ ਪੇਕਿਆਂ ਨੇ। ਤੇ ਉਹਨਾਂ ਨੇ ਕੀ ਕੀਤਾ, ਉੱਥੇ ਹੇਰ ਪਿੰਡ ਦੇ ਵਿੱਚ ਸਰੋਵਰ ਪੱਟ ਲਿਆ, ਖੁਦਾਈ ਕਰਾ ਲਈ, ਉਹਦੇ ਵਿੱਚ ਹਰਿਮੰਦਰ ਸਾਹਿਬ ਦਾ ਨਕਸ਼ਾ ਵੀ ਤਿਆਰ ਕਰਾ ਕੇ ਬਣਾ ਲਿਆ। ਇੱਥੇ ਬਸ ਨਹੀਂ, ਉਹਦੇ ਵਿੱਚ ਇੱਕ ਬੀੜ ਵੀ ਤਿਆਰ ਕਰਕੇ ਪ੍ਰਕਾਸ਼ ਕੀਤੀ ਗਈ, ਜਿਹਦੇ ਵਿੱਚ ਪ੍ਰਿਥੀ ਚੰਦ ਨੇ ਆਪਣੇ ਪੁੱਤਰ ਮਿਹਰਬਾਨ ਦੀਆਂ ਗੱਲਾਂ ਵੀ ਪਾਈਆਂ।
ਸਰੋਵਰ ਵੀ ਤਿਆਰ ਕਰ ਲਿਆ, ਉਹਦੇ ਵਿੱਚ ਹਰਿਮੰਦਰ ਸਾਹਿਬ ਵੀ ਤਿਆਰ ਕਰ ਲਿਆ, ਉਹਦੇ ਵਿੱਚ ਬੀੜ ਵੀ ਪ੍ਰਕਾਸ਼ ਕੀਤੀ। ਤੇ ਪ੍ਰਿਥੀ ਚੰਦ ਕਹਿਣ ਲੱਗਿਆ, ਕਹਿੰਦੇ ਤੁਸੀਂ ਮੈਨੂੰ ਇੱਥੇ ਆ ਕੇ, ਇਹ ਹਰੀ ਦਾ ਮੰਦਰ ਹੈ, ਇਹ ਪਰਮੇਸ਼ਰ ਦਾ ਅਸਲੀ ਘਰ ਹੈ, ਤੇ ਇੱਥੇ ਆ ਕੇ ਮੱਥਾ ਟੇਕਿਆ ਕਰੋ। ਇੱਥੇ ਤੁਸੀਂ ਆ ਕੇ ਭਾਈ ਸੰਗਤਾਂ ਨੂੰ ਕਿਹਾ ਕਿ ਮੱਥਾ ਟੇਕਿਆ ਕਰੋ। ਪਰ ਅਕਸਰ ਜਿਹੜਾ ਪਰਮੇਸ਼ਰ ਦਾ ਘਰ ਹੈ ਉਹ ਤੇ ਪਰਮੇਸ਼ਰ ਦਾ ਘਰ ਹੀ ਹੈ। ਉਹ ਸਪਿਰਿਟ, ਉਹ ਸ਼ਕਤੀ, ਉਹ ਮਰਿਆਦਾ ਇਹ ਕਿਸੇ ਹੋਰ ਜਗ੍ਹਾ ਤੇ ਨਹੀਂ ਬਣਦੀ, ਇਹ ਤੇ ਪਰਮੇਸ਼ਰ ਦੇ ਘਰ ਦੇ ਵਿੱਚ ਹੀ ਹੈ। ਸਭ ਕੁਝ ਤਿਆਰ ਕਰ ਲਿਆ ਸੀ ਬਾਬੇ ਪ੍ਰਿਥੀ ਚੰਦ ਨੇ ਆਪਣੇ ਸਹੁਰਿਆਂ ਦੇ ਕਹਿਣ ਮੁਤਾਬਕ, ਕਿਉਂਕਿ ਕੁਛ ਤਾਣੇ ਦੇ ਕੋਲ ਸੀ, ਕੁਛ ਉਹਨਾਂ ਨੇ ਦਿੱਤਾ। ਫਿਰ ਜਦੋਂ ਹਰਿਮੰਦਰ ਸਾਹਿਬ ਸੰਗਤ ਫਿਰ ਵੀ ਜ਼ਿਆਦਾ ਆਉਂਦੀ ਰਹੀ, ਉੱਥੇ ਸੰਗਤ ਫਿਰ ਇਹਦੇ ਸਹੁਰਿਆਂ ਨੂੰ ਪ੍ਰਿਥੀ ਚੰਦ ਨੇ ਕਿਹਾ, ਕਹਿਣ ਲੱਗੇ ਹੁਣ ਕੋਈ ਹੋਰ ਕਰਮ ਕਰੀਏ, ਜਿਹੜੇ ਕਰਮ ਦੇ ਨਾਲ ਜਿੰਨਾ ਕੁਛ ਅੰਮ੍ਰਿਤਸਰ ਸਾਹਿਬ ਦੇ ਵਿੱਚ ਆਉਂਦਾ ਸਾਰਾ ਮੇਰੇ ਕੋਲ ਆ ਜੇ, ਗੁਰਤਾ ਗੱਦੀ ਵੀ ਮੇਰੇ ਕੋਲ ਆ ਜੇ, ਸਭ ਕੁਛ ਆ ਜੇ। ਕਿਉਂਕਿ ਜਿਹੜੇ ਮਨੁੱਖ ਦੇ ਅੰਦਰ ਤ੍ਰਿਸ਼ਨਾ ਚੱਲ ਪਈ, ਇਹ ਫਿਰ ਮਨੁੱਖ ਨੂੰ ਰੁਕਣ ਨਹੀਂ ਦਿੰਦੀ। ਇੱਕ ਬੁਰਾਈ ਕਰਕੇ ਨਹੀਂ ਰੁਕਦਾ ਹੁੰਦਾ, ਵਾਰੀ ਵਾਰੀ ਬੁਰਾਈ ਕਰਦਾ ਹੈ। ਪ੍ਰਿਥੀ ਚੰਦ ਨੇ ਸੁਲਹੀ ਖਾਨ ਨੂੰ ਸੁਨੇਹਾ ਲਾਇਆ, ਕਹਿੰਦੇ ਨਾਲੇ ਤੇ ਅੰਮ੍ਰਿਤਸਰ ਸਾਹਿਬ ਦਾ ਸਾਰਾ ਕੁਛ ਲੁੱਟ ਕੇ ਮੈਨੂੰ ਦੇ ਦਿਓ, ਤੇ ਨਾਲੇ ਤੁਸੀਂ ਮੇਰੇ ਭਰਾਤਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਖਤਮ ਕਰ ਦਿਓ। ਸਕਾ ਭਰਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਕਤਲ ਕਰਵਾਉਣ ਤੇ ਤੁਲੇ। ਤੇ ਸੁਲਹੀ ਖਾਂ ਨੇ ਕੀ ਕੀਤਾ, ਉਹ ਕਹਿੰਦੇ ਮੈਨੂੰ ਆਪ ਨੂੰ ਤੇ ਆਉਣ ਦੀ ਲੋੜ ਨਹੀਂ। ਉਹਨੇ ਸੁਲੱਭੀ ਖਾਂ ਆਪਣੇ ਭਤੀਜੇ, ਸਕੇ ਭਤੀਜੇ ਨੂੰ ਫੌਜ ਦੇ ਕੇ ਭੇਜਿਆ, ਕਹਿੰਦੇ ਇਹੀ ਕਰ ਦੇਣਗੇ ਸਾਰਾ ਕਰਮ, ਇਹੀ ਕਰ ਦੇਣਗੇ ਸਾਰਾ ਕਰਮ। ਉਹ ਰਸਤੇ ਦੇ ਵਿੱਚ ਆਉਂਦਿਆਂ ਆਉਂਦਿਆਂ ਸੁਲੱਭੀ ਖਾਨ ਦਾ ਫੌਜ ਦੇ ਨਾਲ ਕਿਸੇ ਗੱਲੋਂ ਝਗੜਾ ਹੋ ਗਿਆ, ਤੇ ਜਦੋਂ ਉਹਦਾ ਝਗੜਾ ਹੋਇਆ ਤੇ ਸੁਲੱਭੀ ਖਾਨ ਨੇ ਇੱਕ ਸਿਪਾਹੀ ਨੂੰ ਗਾਲ ਕੱਢਤੀ, ਮੰਦਾ ਚੰਗਾ ਬੋਲਿਆ, ਕਿਉਂਕਿ ਕਮਾਂਡਰ ਸੀ ਫੌਜ ਦਾ। ਮੰਦਾ ਚੰਗਾ ਬੋਲਿਆ, ਕੁਝ ਟਾਈਮ ਤੇ ਉਹ ਫੌਜਦਾਰ ਸਿਪਾਹੀ ਸੀ ਜਿਹੜਾ ਸੁਣਦਾ ਰਿਹਾ। ਅਕਸਰ ਜਦ ਮਾੜਾ ਮੋਟਾ ਕੁਛ ਅਗਾਹਾਂ ਤੋਂ ਬੋਲਿਆ ਤੇ ਸੁਲੱਭੀ ਖਾਨ ਨੇ ਉਹਦੇ ਮੂੰਹ ਤੇ ਥੱਪੜ ਮਾਰਿਆ ਸਿਪਾਹੀ ਦੇ। ਰਸਤੇ ਦੇ ਵਿੱਚ ਹੀ ਝਗੜ ਪਏ। ਉਹ ਸਿਪਾਹੀ ਨੇ ਕਹਿੰਦਾ ਮੈਂ ਨੌਕਰੀ ਕਰਨੀ ਹੈ, ਪਰ ਇਹੋ ਜਿਹੀ ਨੌਕਰੀ ਵੀ ਮੈਂ ਕੀ ਕਰਨੀ ਹੈ ਜਿਹਦੇ ਵਿੱਚ ਥੱਪੜ ਪੈਂਦੇ ਹੋਣ। ਅਸਲਾ ਬਰੂਦ ਤੇ ਉਹ ਪਹਿਲੇ ਲੈ ਕੇ ਆਏ ਸੀ ਨਾਲ। ਉਹ ਸਿਪਾਹੀ ਨੇ ਸੁਲੱਭੀ ਖਾਨ ਦੇ ਉਸੇ ਵਕਤੀ ਘੋੜੇ ਤੇ ਬੈਠੇ ਦੇ ਗੋਲੀ ਮਾਰਤੀ, ਰਸਤੇ ਦੇ ਵਿੱਚ ਹੀ ਮਰ ਗਿਆ ਸੁਲੱਭੀ ਖਾਨ। ਆਪਦੀ ਸਿਪਾਹੀਆਂ ਨੇ ਮਾਰਤਾ। ਪ੍ਰਿਥੀ ਚੰਦ ਨੂੰ ਸੁਨੇਹਾ ਲੱਗ ਗਿਆ ਇਸ ਗੱਲ ਦਾ ਕਿ ਉਹ ਤੇ ਰਸਤੇ ਦੇ ਵਿੱਚ ਹੀ ਮਾਰਿਆ ਗਿਆ। ਫਿਰ ਪ੍ਰਿਥੀ ਚੰਦ ਇੱਕ ਚਿੱਠੀ ਲਿਖਦਾ ਹੈ ਸੁਲਹੀ ਖਾਨ ਨੂੰ। ਇਸ ਘਰ ਤੇ ਕੋਈ ਅੱਜ ਵਾਰ ਨਹੀਂ ਹੋ ਰਹੀ। ਜਦ ਤੋਂ ਲੈ ਕੇ ਇਹ ਘਰ ਦੀ ਸਿਰਜਣਾ ਹੋਈ ਹੈ ਉਸੇ ਦਿਨ ਤੋਂ ਲੈ ਕੇ ਵਾਰ ਹੁੰਦੇ ਆ ਰਹੇ। ਹਰ ਵਕਤ ਖਤਰੇ ਦੇ ਵਿੱਚ ਹੈ, ਹਰ ਵਕਤ ਇਹ ਘਰ ਜਿਹੜਾ ਹੈ ਉਹ ਖਤਰੇ ਦੇ ਵਿੱਚ ਹੈ। ਤੇ ਖਤਰਾ ਉਸੇ ਚੀਜ਼ ਨੂੰ ਜ਼ਿਆਦਾ ਹੁੰਦਾ ਹੈ ਜਿਹਦੇ ਵਿੱਚ ਕੋਈ ਨਾ ਕੋਈ ਕੁਆਲਿਟੀ ਹੋਵੇ।
ਜਿਹਦੇ ਵਿੱਚ ਕੋਈ ਕੁਆਲਿਟੀ ਨੇ, ਰੇਤੇ ਨੂੰ ਕੌਣ ਪੁੱਛਦਾ, ਜਿੱਥੇ ਮਰਜ਼ੀ ਪਿਆ ਰਹੇ। ਖਤਰਾ ਉਸੇ ਚੀਜ਼ ਨੂੰ ਹੈ ਜਿਹਦੇ ਵਿੱਚ ਕੋਈ ਕੁਆਲਿਟੀ ਹੈ। ਜਿਹੜੀ ਜ਼ਿੰਦਗੀ ਵਿੱਚ ਕੋਈ ਕੁਆਲਿਟੀ ਹੈ ਉਸ ਨੂੰ ਖਤਰਾ ਹੈ। ਆਦਿ ਅੰਤ ਤੋਂ ਲੈ ਕੇ ਖਤਰਾ ਜਿਹੜਾ ਹੈ ਉਹ ਇਸੇ ਆਲੇ ਦੁਆਲੇ ਜਿਹੜਾ ਹੈ ਉਹ ਘੁੰਮਦਾ ਰਹਿੰਦਾ ਹੈ। ਜਦੋਂ ਕੋਈ ਵੀ ਮਨੁੱਖ ਹੈ ਜਿਹੜਾ ਆਪਣੇ ਪੰਥ ਦੀ ਸਿਰਮੌਰ ਲਿਜਾਣਾ ਚਾਹੁੰਦਾ ਹੈ ਤੇ ਉਹ ਪਹਿਲਾਂ ਜਿਹੜਾ ਹੈ ਕਿੱਥੇ ਆ ਕੇ ਆਪਣੀ ਲੜਾਈ ਲੜਦਾ ਸਿੱਖ ਪੰਥ ਦੇ ਨਾਲ, ਕਿਉਂਕਿ ਬਾਕੀਆਂ ਨੂੰ ਤੇ ਦਬਾ ਲੈਂਦੇ ਹੈ, ਇਹ ਪੰਥ ਕਿਸੇ ਤੋਂ ਦਬਣ ਵਾਲਾ ਨਹੀਂ ਹੈ, ਬਾਕੀਆਂ ਨੂੰ ਤੇ ਦਬਾ ਲੈਂਦੇ ਨੇ। ਹੁਣ ਤੇ ਪਹਿਲੇ ਜ਼ਮਾਨੇ 'ਚ ਕੁਛ ਹੋਰ ਹੁੰਦਾ ਸੀ, ਹੁਣ ਤੇ ਨਵੀਆਂ ਤੋਂ ਨਵੀਆਂ ਚਾਲਾਂ ਜਿਹੜੀਆਂ ਉਹ ਹੋਰ ਪੰਥ ਵਾਲੇ ਰਾਜਨੀਤਿਕ ਲੋਕ ਜਿਹੜੇ ਨੇ ਉਹ ਚੱਲਦੇ ਨੇ। ਜਿਹੜੇ ਸਾਡੇ ਬੱਚੇ ਨੇ, ਇਹਨਾਂ ਬੱਚਿਆਂ ਤੋਂ ਜਬਰੀ ਆਪਣੇ ਪੰਥ ਦਾ ਜਿਹੜਾ ਨਾਮ ਹੈ ਉਹ ਲਵਾਉਂਦੇ ਨੇ ਕਿ ਸਾਡੇ ਪੰਥ ਦਾ ਤੁਸੀਂ ਨਾਮ ਲਿਆ ਕਰੋ। ਸਾਡੇ ਪੰਥ ਦਾ ਤੁਸੀਂ ਨਾਮ ਲਓ। ਪਹਿਲੇ ਤੇ ਇਹ ਬੱਚਿਆਂ ਤੇ ਵਾਰ ਕਰਦੇ ਹੁੰਦੇ ਸੀ, ਹੁਣ ਤੇ ਬਹੁਤ ਸਾਰੇ ਇਹੋ ਜਿਹੇ ਵੀ ਨੇ ਜਿਹੜੇ ਘਰਾਂ ਦੇ ਵਿੱਚ ਵੀ ਸਾਡੇ ਆਉਣੇ ਸ਼ੁਰੂ ਹੋ ਗਏ ਨੇ। ਘਰਾਂ ਦੇ ਵਿੱਚ ਵੀ ਉਹ ਸਾਡੇ ਘਰਾਂ ਦੇ ਵਿੱਚ ਆ ਕੇ ਆਪਣੇ ਪੰਥ ਦੀਆਂ ਸਿਫਤਾਂ ਦੱਸਦੇ ਨੇ, ਕਹਿੰਦੇ ਤੁਸੀਂ ਸਾਡੇ ਨਾਲ ਜੁੜੋ। ਬਹੁਤੇ ਹੈਗੇ ਨੇ, ਤੁਹਾਨੂੰ ਪਤਾ ਹੀ ਹੈ, ਮੈਂ ਨਾਮ ਨਹੀਂ ਲੈਂਦਾ। ਉਹ ਕਹਿੰਦੇ ਤੁਸੀਂ ਸਾਡੇ ਨਾਲ ਜੁੜੋ, ਕਿ ਸਾਡੇ ਨਾਲ ਜੁੜੋਗੇ ਤੇ ਤੁਹਾਨੂੰ ਸਾਡਾ ਅੱਲਾਹ ਤਾਲਾ, ਪੈਗੰਬਰ, ਫਕੀਰ ਇਹ ਕੁਛ ਦੇਵੇਗਾ, ਇਹ ਕੁਛ ਦੇਵੇਗਾ। ਬੜੀਆਂ ਸਿਫਤਾਂ ਕਰਦੇ ਨੇ, ਬੜੀਆਂ ਸਿਫਤਾਂ ਕਰਦੇ ਨੇ। ਬਥੇਰੇ ਤੇ ਵਿਚਾਰੇ ਇੱਥੋਂ ਤੱਕ ਵੀ ਕਹਿ ਦਿੰਦੇ ਨੇ ਕਿ ਜਿਹਨੇ ਪਰਮਾਤਮਾ ਦੇ ਦਰਸ਼ਨ ਕਰਨੇ ਨੇ ਉਹ ਸਾਡੇ ਨਾਲ ਜੁੜ ਜਾਓ, ਸਾਡਾ ਗੁਰੂ ਤੇ ਪਰਮਾਤਮਾ ਦੇ ਦਰਸ਼ਨ ਦੀਦਾਰੇ ਕਰਾਉਂਦਾ, ਸੱਚਖੰਡ ਦੇ ਦਰਸ਼ਨ ਹੋ ਜਾਂਦੇ ਨੇ। ਬੜੀਆਂ ਸਿਫਤਾਂ ਕਰ ਕਰਕੇ ਉੱਪਰ ਨੂੰ ਲਿਜਾ ਰਹੇ ਨੇ। ਉਹ ਸਾਡੇ ਘਰਾਂ ਦੇ ਵਿੱਚ ਵੀ ਉਹਨਾਂ ਦਾ ਆਉਣਾ ਸ਼ੁਰੂ ਹੋ ਗਿਆ, ਆਉਣਾ ਜਾਣਾ ਪਿੰਡਾਂ ਦੇ ਵਿੱਚ, ਸਾਡੇ ਲੋਕਲ ਪਿੰਡਾਂ ਦੇ ਵਿੱਚ, ਕਿ ਸਾਡੇ ਨਾਲ ਜੁੜੋ। ਕਾਰਨ ਕੀ ਹੈ? ਉਹਨਾਂ ਏਜੰਸੀਆਂ ਨੇ ਕੁਛ ਨਾ ਕੁਛ ਬੰਦਿਆਂ ਦੀ ਖਰੀਦਦਾਰੀ ਕੀਤੀ ਹੁੰਦੀ ਹੈ। ਖਰੀਦਦਾਰੀ, ਉਹ ਖਰੀਦੇ ਹੋਏ ਹੁੰਦੇ ਨੇ। ਉਹਨਾਂ ਦਾ ਮਤਲਬ ਕੀ ਹੁੰਦਾ ਕਿ ਤੁਸੀਂ ਕਿਸੇ ਵੀ ਘਰ ਦੇ ਵਿੱਚ ਜਾਓ, ਕਿਸੇ ਧਾਰਮਿਕ ਸਥਾਨ ਤੇ ਜਾਓ, ਬਸ ਉੱਥੋਂ ਦੀ ਮਰਿਆਦਾ ਨੂੰ ਤੁਸੀਂ ਭੰਗ ਕਰ ਦਿਓ ਤੇ ਆਪਣੀ ਮਰਿਆਦਾ ਚਲਾਓ। ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸ ਦਿਆਂ ਤਾਂ ਕਿ ਸੁਚੇਤ ਰਹੋ ਤੁਸੀਂ ਆਉਣ ਵਾਲੇ ਸਮੇਂ 'ਚ। ਸਾਡੇ ਗੁਰਦੁਆਰਿਆਂ ਦੇ ਵਿੱਚ ਵੀ ਗ੍ਰੰਥੀ ਬਹੁਤ ਬੈਠੇ ਨੇ ਇਹ ਜਿਹੇ। ਮੈਂ ਇੱਕ ਨੂੰ ਗ੍ਰੰਥੀ ਨੂੰ ਕਿਹਾ, ਕੀਰਤਨ ਕਰਨ ਵਾਸਤੇ ਗਏ, ਮੈਂ ਕਿਹਾ ਗ੍ਰੰਥੀ ਸਾਹਿਬ ਜੀ ਤੁਸੀਂ ਅਰਦਾਸ ਕਰਤੀ, ਹੁਕਮਨਾਮਾ ਸਾਹਿਬ ਹੀ ਲੈਤਾ, ਤੁਹਾਡੇ ਕੋਲੇ ਸਰੋਪਾ ਹੀ ਹੈ ਨਹੀਂ, ਤੁਸੀਂ ਤਾਂ ਇੱਕ ਆਮ ਇਨਸਾਨ ਦੀ ਤਰ੍ਹਾਂ ਤੁਹਾਡੇ ਕੁੜਤਾ ਪਜਾਮਾ ਪਾਇਆ, ਸਿੱਧੇ ਆ ਕੇ ਅਰਦਾਸ ਕਰਕੇ ਤੇ ਹੁਕਮਨਾਮਾ ਕਰਨ ਬੈਠ ਗਏ, ਲੈਣ ਬੈਠ ਗਏ। ਉਹ ਕਹਿੰਦੇ ਜੀ ਸਾਡੇ ਗੁਰੂ ਨੇ ਕਿਹਾ ਕਿ ਸਰੋਪੇ ਦੀ ਕੀ ਲੋੜ ਹੈ, ਕੀ ਲੋੜ ਹੈ। ਪਰ ਸੱਚ ਜਾਣਿਓ, ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਨੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ, ਬਾਬੇ ਅਮਰੂ ਨੂੰ ਗੁਰਤਾ ਗੱਦੀ ਦਿੱਤੀ ਹੈ ਨਾ, ਉਦੋਂ ਸਰੋਪੇ ਹੀ ਦਿੱਤੇ ਸੀ ਮਹਾਰਾਜ ਜੀਆਂ ਨੇ। ਤੇ ਗੁਰੂ ਸਾਹਿਬ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਮੈਨੂੰ ਇੱਕ ਦੋ ਪ੍ਰਮਾਣ ਦਿੱਤੇ, ਨਾ ਆਇਆ ਕਿਸੇ ਗੱਲ ਤੇ। ਫਿਰ ਅਕਸਰ ਹੁਣ ਘੁੰਡੀ ਦਾ ਤੇ ਜਿਹੜਾ ਜਮਾਤੀ ਬੰਦਾ ਹੁੰਦਾ, ਜਮਾਤੀ ਨੂੰ ਜਮਾਤੀ ਦਾ ਪਤਾ ਹੁੰਦਾ ਨਾ ਵੀ ਕਿੰਨਾ ਕੁ ਪੜ੍ਹਦਾ ਹੈ, ਕਿੱਥੇ ਜੇ ਖੜਾ।
मैं ਉਹਦਾ ਜਮਾਤੀ ਸੀ ਤੇ ਮੈਨੂੰ ਪਤਾ ਸੀ ਉਹਦਾ। मैं क्या चंगा इंज दस के तनख्वाह किन्नी क्या तेरी? कहता 4200। उस तो बाद से जिहड़ा भावें मेरा समा काफ़ी सी जिहड़ा बर्बाद होया, पर मैं सोचा मैं कि इन्ने क धन दे नाल किहड़ा कोई बंदा अज दे जमाने च बच्चे पालदा होगा। 2 बच्चे ने। फिर मैं जदों उसदे नाल पूरी अपनी मित्रता ही दिखा के ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ, ਫਿਰ ਮੈਨੂੰ ਪੌਣੇ ਘੰਟੇ ਬਾਅਦ ਪਤਾ ਲੱਗਿਆ ਵੀ 15,000 ਰੁਪਈਆ ਇਹ ਬੰਦੇ ਨੂੰ ਸਿੱਧਾ ਉੱਪਰੋਂ ਇਹਦੇ ਅਕਾਊਂਟ ਦੇ ਵਿੱਚ ਜਮ੍ਹਾਂ ਹੋ ਰਿਹਾ। 15,000 ਰੁਪਈਆ ਸਿੱਧਾ। ਕਿਹੜੀ ਗੱਲ ਦਾ? ਕਿ ਤੁਸੀਂ ਸਿਰਫ ਤੇ ਸਿਰਫ ਖਰਲ ਪਾਉਣਾ ਹੈ। ਸਰੋਪੇ ਦਾ ਕੀ ਫਾਇਦਾ? ਮਹੱਲੇ ਨੂੰ ਮਹਿਲਾ ਕਹਿ ਦੇਣਾ। ਜੋਤ ਰੱਖਣ ਦਾ ਕੀ ਫਾਇਦਾ? ਕੁੰਭ ਰੱਖਣ ਦਾ, ਨਾਰੀਅਲ ਦਾ। ਇਸੇ ਤਰ੍ਹਾਂ ਨਾਲ ਤੁਸੀਂ ਸੰਗਤਾਂ ਨੂੰ ਗੁੰਮਰਾਹ ਕਰਨਾ, ਇਸੇ ਤਰ੍ਹਾਂ, ਤੇ ਕਰਦੇ ਵੀ ਨਹੀਂ ਉਹ। ਤੇ ਸਾਡੇ ਵਾਲੇ ਲਾਣੇ ਨੂੰ ਐ ਹੋ ਜਾਂਦਾ ਵੀ ਚੱਲ ਤਨਖਾਹ ਬਹੁਤ ਘੱਟ ਲੈਂਦਾ, ਠੀਕ ਹੈ। ਸੁਚੇਤ ਰਹੋ ਇਹਨਾਂ ਗੱਲਾਂ ਤੋਂ, ਕਿਉਂਕਿ ਜਿਹੜੀ ਉੱਪਰੋਂ ਏਜੰਸੀਆਂ ਚੱਲਦੀਆਂ ਨੇ ਨਾ, ਏਜੰਸੀਆਂ, ਉਹ ਏਜੰਸੀਆਂ ਆਪਣੇ ਤਰੀਕੇ ਦੇ ਨਾਲ ਇਸ ਹਿਸਾਬ ਦੇ ਨਾਲ ਚੱਲਦੀਆਂ ਨੇ ਕਿ ਉਹ ਬੰਦੇ ਨੂੰ ਪਤਾ ਤੱਕ ਵੀ ਨਹੀਂ ਲੱਗਣ ਦਿੰਦੀਆਂ ਕਿ ਕਦੋਂ ਉਹਨੂੰ ਖਤਮ ਕਰ ਗਈ। ਉਹਨਾਂ ਨੇ ਹੁਣ ਇਹ ਮੇਨ ਮੰਨ ਲਿਆ ਕਿ ਬਾਕੀ ਦੀਆਂ ਗੱਲਾਂ ਤਾਂ ਤੁਸੀਂ ਛੱਡੋ, ਜਾਂ ਤਾਂ ਇਹਨਾਂ ਦੇ ਘਰਾਂ ਦੇ ਵਿੱਚ ਜਾਓ ਜਾਂ ਇਹਨਾਂ ਦੇ ਧਾਰਮਿਕ ਸਥਾਨਾਂ 'ਤੇ ਜਾਓ, ਉੱਥੇ ਜਾ ਕੇ ਜਿਹੜੀ ਹੈ ਤੁਸੀਂ ਲੋਕਾਂ ਨੂੰ 2 ਵੰਡੀਆਂ ਦੇ ਵਿੱਚ ਵੰਡ ਦਿਓ। ਕਿਉਂਕਿ ਕਿਤੇ ਪੁਰਾਤਨ ਸਮੇਂ ਤੋਂ ਲੈ ਕੇ ਸਾਰਾ ਕੁਝ ਚੱਲਿਆ ਆ ਰਿਹਾ, ਮਰਿਆਦਾ ਪਰੰਪਰਾ ਜਿਹੜੀ ਗੁਰੂ ਸਾਹਿਬ ਜੀ, ਤੇ ਅੱਜ ਤੁਸੀਂ ਇਹਨੂੰ ਭੰਗ ਕਰੋ ਜਾ ਕੇ। ਤੇ ਜੇ ਚਲੋ ਕੋਈ ਗੱਲ ਨਹੀਂ, ਜੇ ਕੋਈ ਤੁਹਾਨੂੰ ਮੰਦਾ ਚੰਗਾ ਬੋਲ ਜੂਗਾ ਤਾਂ ਵੀ ਚੁੱਪ ਕਰ ਦਿਓ, ਤੇ ਜੇ ਕੋਈ ਤੁਹਾਡੇ 4 ਥੱਪੜ ਵੀ ਮਾਰ ਜਾਓ ਤੁਸੀਂ ਤਾਂ ਵੀ ਚੁੱਪ ਕਰ ਜਾਓ, ਬੋਲਿਓ ਨਾ, ਪਰ ਤੁਸੀਂ ਆਪਣਾ ਕੰਮ ਜਾਰੀ ਰੱਖਿਓ, ਜਾਰੀ ਰੱਖਿਓ। ਇਹ ਸਾਡੇ ਘਰਾਂ ਦੇ ਵਿੱਚ ਆ ਰਹੇ ਨੇ ਸਾਰੇ ਏਜੰਸੀਆਂ ਦੇ ਛੱਡੇ ਹੋਏ ਬੰਦੇ, ਧਾਰਮਿਕ ਸਥਾਨਾਂ 'ਤੇ ਆ ਰਹੇ ਨੇ। ਉੱਪਰੋਂ 15,000 ਰੁਪਇਆ ਆ ਰਿਹਾ ਹੈ, ਤੇ ਫਿਰ ਗੁਰੂ ਘਰ ਦੇ ਵਿੱਚ ਤੇ ਬੈਠਣ ਲੱਗੇ ਨੇ, ਉਹਨੇ ਕਿਹਾ ਹੀ ਹੋਣਾ ਵੀ ਚੱਲ ਦੇਣਾ ਹੋਇਆ ਤਾਂ ਦੇ ਦਿਓ, ਜੇ ਨਹੀਂ ਦੇਣਾ ਤਾਂ ਵੀ ਕੋਈ ਗੱਲ ਨਹੀਂ, ਕਿਉਂਕਿ ਜਿਹਨੂੰ 15,000 ਰੁਪਇਆ ਡਾਇਰੈਕਟ ਆ ਜਾਣਾ ਉਹਨੂੰ ਕੀ ਲੋੜ ਹੈ ਮੰਗਣ ਦੀ। ਏਜੰਸੀਆਂ ਵੀ ਤੁਸੀਂ ਇਹਨਾਂ ਦੀ ਮਰਿਆਦਾ ਭੰਗ ਕਰ ਦਿਓ। ਤੇ ਇਹੀ ਕਰਮ ਸੀ ਜਿਹੜਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਨਾਲ ਪ੍ਰਿਥੀ ਚੰਦ ਕਰਦਾ ਰਿਹਾ। ਸਾਡੇ ਕੋਲ ਇਤਿਹਾਸ ਇਸ ਵਾਸਤੇ ਨਹੀਂ ਹੈ ਵੀ ਅਸੀਂ ਸਾਖੀਆਂ ਸੁਣ ਕੇ ਤੇ ਆਪਦੇ ਘਰੇ ਜਾ ਕੇ ਸੌਂ ਜਾਈਏ। ਉਹਨਾਂ ਸਾਖੀਆਂ ਦਾ ਨਿਚੋੜ ਹੈ ਵੀ ਤੁਸੀਂ ਸੁਚੇਤ ਰਹੋ। ਜੇ ਤੁਸੀਂ ਇਸ ਰਸਤੇ ਤੇ ਚੱਲੋਗੇ ਤੇ ਹੋ ਸਕਦਾ ਤੁਹਾਡਾ ਸਕਾ ਭਰਾ ਵੀ ਤੁਹਾਨੂੰ ਮਾਰਨ ਤੇ ਤੁਲ ਜੇ। ਸਕਾ ਭਰਾ, ਤੇ ਦੂਜਿਆਂ ਦੀ ਤਾਂ ਗੱਲ ਹੀ ਛੱਡ ਦਿਓ। ਉਹ ਜਿਹੜਾ ਸੁਲੱਭੀ ਖਾਨ ਸੀ ਰਸਤੇ ਦੇ ਵਿੱਚ ਮਰ ਗਿਆ। ਫਿਰ ਪ੍ਰਿਥੀ ਚੰਦ ਨੇ ਸੁਲਹੀ ਖਾਨ ਨੂੰ ਦਿੱਲੀ ਤੋਂ ਚਿੱਠੀ ਪਾ ਕੇ ਸੱਦਿਆ ਸੀਗਾ ਕਿ ਤੂੰ ਆਪ ਖੁਦ ਆ ਤੇ ਆ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਖਤਮ ਕਰ। ਤੇ ਉੱਥੋਂ ਦਾ ਜਿਹੜੀ ਗੁਰਤਾ ਗੱਦੀ ਹੈ ਜਾਂ ਜਿੰਨਾ ਕੁਛ ਵੀ ਉਹਨਾਂ ਦੇ ਅੰਡਰ ਕੰਟਰੋਲ ਦੇ ਵਿੱਚ ਆਉਂਦਾ ਹੈ, ਜਿਹੜੀਆਂ ਸੰਗਤਾਂ ਆਉਂਦੀਆਂ ਨੇ, ਉਹ ਸਾਰੀ ਦੀਆਂ ਸਾਰੀਆਂ ਆ ਕੇ ਮੈਨੂੰ ਮੱਥਾ ਟੇਕਣ, ਮੈਨੂੰ ਮੱਥਾ ਟੇਕਣ। ਸਾਰੀ ਜ਼ਿੰਦਗੀ ਪ੍ਰਿਥੀ ਚੰਦ ਈਰਖਾ ਕਰਦਾ ਰਿਹਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਨਾਲ। ਮਿਲਿਆ ਕਿ ਉਸੇ ਦਿਨ ਵੀ ਲਾਹਨਤਾਂ ਮਿਲਦੀਆਂ ਸੀ, ਤੇ ਜਿੰਨਾ ਟਾਈਮ ਇਹ ਦੁਨੀਆ ਵਸਦੀ ਰਸਦੀ ਰਹੂਗੀ ਉਹਨਾਂ ਟਾਈਮ ਉਹਨੂੰ ਲਾਹਨਤਾਂ ਹੀ ਪੈਂਦੀਆਂ ਰਹਿਣਗੀਆਂ। ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਮੇਨ ਪੁਆਇੰਟ ਜਿਹੜਾ ਮੈਂ ਸ਼ੁਰੂ ਕੀਤਾ ਸੀਗਾ ਕਿ ਸਾਡੀ ਜ਼ਿੰਦਗੀ ਦਾ ਮੇਨ ਮਕਸਦ ਹੈ ਕਿ ਪਰਮਾਤਮਾ ਸਾਡੇ 'ਤੇ ਕੋਈ ਦੁੱਖ ਨਾ ਆਵੇ। ਇਹੋ ਹੀ ਗੱਲ ਹੈ ਨਾ ਸਾਡੇ ਕੋਲ ਵੱਡੀ ਤੇ ਅਸੀਂ ਦੁਖੀ ਨਾ ਹੋਈਏ, ਸਾਡੇ ਬੱਚੇ, ਸਾਡਾ ਪਰਿਵਾਰ, ਸਾਡੇ ਕੋਈ ਰਿਸ਼ਤੇਦਾਰੀ ਦੇ ਵਿੱਚ ਹੋਰ ਕੋਈ, ਅਸੀਂ ਦੁਖੀ ਨਾ ਹੋਈਏ। ਮੇਨ ਗੱਲ ਸਾਡੀ ਜ਼ਿੰਦਗੀ ਦੀ ਇਹੋ ਹੀ ਹੈ। ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਗੱਲ ਦੀ ਗਰੰਟੀ ਦਿੰਦੇ ਨੇ ਕਿ ਜੇ ਤੂੰ ਚਾਹੁੰਦਾ ਕਿ ਮੈਂ ਦੁਖੀ ਬਿਲਕੁਲ ਵੀ ਨਾ ਹੋਵਾਂ, ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਫਿਰ ਇੱਕ ਕੰਮ ਤੂੰ ਕਰ, ਬਾਕੀ ਕੰਮ ਤੂੰ ਪਰਮਾਤਮਾ ਤੇ ਛੱਡ ਦੇ। ਬਸ ਇਹੋ ਹੀ ਕਰਮ ਕਰ
पर का बुरा ना राखो चीत। गुरु साहिब का ये बड़ा अमोल बचन है। आप जी इस बचन को भुल्यो ना गुरु साहिब जी महाराज। वैसे तो कोई भी बचन ऐसा नहीं है जिहड़ा असीं भुल गए, पर फिर भी ये बचन गुरु साहिब जी महाराज का कदे ना भुल्यो, कदे ना भुल्यो। महाराज कहते हैं कि तू जो तैथों पराया, पराई जिंदगी है, पराया तन है, जो कुछ पराया, जो तेरा अपना नहीं है, उदा तू कदी भी बुरा अपने चित्त दे विच सोची ना। करन दी गल ते दूर, सोची ना, अपने चित्त विच ना लेके आई कि मैं तां बुरा करां। ते जे तू ये कर्म बंदिया कर देवें कि किसी का भी बुरा अपने चित्त दे विच सोचे ना, तो गुरु ग्रंथ साहिब जी महाराज कहते असीं तैनूं गारंटी दिंदे आ, तुमको दुख नहीं भाई मीत। गुरबाणी की पंक्ति है, मैं तो तुहाडे सामने रख दी है। ऐ भाई, ऐ मित्र प्यारे, कदे भी तेरी जिंदगी दे विच दुख नहीं आवेगा। कदे जिंदगी दे विच, जिंदगी दे विच मड़ी वड्डी ते मेन गल हर एक मनुख दे विच जिंदगी दे विच यही बनी हुई है कि दुख ना आवे। तो गुरु ग्रंथ साहिब जी महाराज जी ने कह दिता, जे तू परमात्मा नूं नेड़े जांदा ते बुरा कर ही नहीं सकता। निकट बुझे सो बुरा क्यों करे। निकट, जे तू नेड़े अपने परमात्मा नूं जाने ना, ते महाराज जी कहते तू बुरा कर ही नहीं सकता, किसी का कर ही नहीं सकता। बुरा ना कर किसी का। गुरु साहिब जी महाराज ने ये बचन कीते ने, कहते भाई जे तू चाहुंदा कि जिंदगी दे विच कोई भी दुख ना आवे, ते इन्हां दा तुसीं किसी दा चित्त दे विच बुरा जिहड़ा वो सोचना बंद कर दे, ते कदी भी तुहाडी जिंदगी दे विच दुख नहीं आवेगा। तो असीं आउने आ, घर बार छड्डदे आ, अमृत वेले उठते हैं, बड़े उद्यम उपराले करते हैं, धन भी लैके आने, परमात्मा के घर में अनाज पदार्थ पुन्न दान बड़ा कुछ करते हैं। वो सारा कुछ भी असी करते हैं, जिथे इन्ना कुछ असी करते हैं ना, कम से कम गुरु साहिब जी महाराज जी का इहो जिहा एक वचन भी कदे जिंदगी दे विच मन लिया तो जिंदगी पार उतारा हो जानी है, तर जानी है जिंदगी। जे गुरु साहिब जी महाराज जी का शब्द जिहड़ा है, क्योंकि शब्द ही मनुखता नूं चानना बख्शदा है। शब्द दे नाल ही गुरु गोबिंद सिंह महाराज ने सानू जोड़े, ते शब्द ही जिहड़ा है ये गुरु साहिब जी महाराज सेध बख्शिश करते हैं शब्द के राही, कि तू अज तक जिहो जी जिंदगी जिउणी सी जिउ लई, हुण अगाहां वास्ते तू गुरु दे लड़ लगे है, ते गुरु दे जिहो जी गुरु कहंदा तू उहो जी जिंदगी अपनी बतीत करन दे यतन कर। तो मूल समस्या सारियां जिंदगियां दी इहो ही है, जिंदगी दे विच कोई दुख ना आवे। परमात्मा कहंदे ने बस तू इन्ना क कर्म कर दे, किसी का अपने चित्त विच बुरा ना सोची, बाकी गल परमात्मा कहंदे तू साडे ते छड्ड दे, दुख तेरे घर दे विच कदी नहीं आवेगा। परमात्मा कहंदे ने असीं 24 घंटे तेरे घर दे विच ही रहां। उही ते परमात्मा का रूप है जिहड़ा किसी का बुरा ना माने। गुरु साहिब जी महाराज कृपा करन। समाप्ति का समा हो गया। अज का ये अनमोल वचन है जिहड़ा वो हर एक मनुख नूं अपने चित्त दे विच रख लेना चाहिए, ताकि गुरु साहिब जी महाराज की कृपा दे नाल साडी जिंदगी का कुछ ना कुछ जिहड़ा है वो भला होवे। भुलां चुकां दी खिमा आईयां संगतां दा धन्नवाद। प्रेम दे नाल सारी संगत बुलाए फतेह। वाहिगुरू जी का खालसा, वाहिगुरू जी की फतेह।